ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਤੋਂ ਸਾਹਮਣੇ ਆਈਆਂ तमाम ਖਬਰਾਂ ਦੀ। ਸੋ ਨਜ਼ਰ ਮਾਰਦੇ ਹਾਂ ਇਹਨਾਂ ਖਬਰਾਂ ਉੱਪਰ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪਰੇਸ਼ਾਨ ਹੋਏ ਨੇ। ਅਮਰੀਕਾ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਵੱਧ ਰਹੀਆਂ ਨੇ। ਬਫਲੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ 10 ਜਣਿਆਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਤੇ ਹੁਣ ਇਸ ਬਾਰੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਭਾਵੁਕ ਹੋਏ। ਉਹਨਾਂ ਨੇ ਇੱਕ ਭਾਵੁਕ ਭਾਸ਼ਣ ਬਫਲੋ ਦੀ ਗੋਲੀਬਾਰੀ ਉੱਪਰ ਦਿੱਤਾ। ਦਰਅਸਲ ਨਿਊਯਾਰਕ ਬਫਲੋ ਵਿੱਚ ਜਿਹੜੀ ਭਿਆਨਕ ਗੋਲੀਬਾਰੀ ਹੋਈ ਹੈ ਉਸ ਤੋਂ ਬਾਅਦ ਇੱਥੇ ਬਾਈਡਨ ਪਹੁੰਚੇ ਨੇ, ਜਿਸ ਮੌਕੇ ਉਹ ਕਾਫੀ ਭਾਵੁਕ ਵੀ ਨਜ਼ਰ ਆਏ। ਰਾਸ਼ਟਰਪਤੀ ਵੱਲੋਂ ਇਸ ਘਟਨਾ ਨੂੰ ਡੋਮੈਸਟਿਕ ਟੈਰਰਿਜ਼ਮ ਦੱਸਿਆ ਗਿਆ। ਉਹਨਾਂ ਬੋਲਦਿਆਂ ਕਿਹਾ ਕਿ ਵਾਈਟ ਸੁਪਰੀਮੇਸੀ ਇੱਕ ਜ਼ਹਿਰ ਹੈ। ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਬਾਈਡਨ ਵੱਲੋਂ ਪੀੜਤਾਂ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਦਿਖਾਈ ਦਿੱਤੇ। ਜਾਣਕਾਰੀ ਲਈ ਦੱਸ ਦਈਏ ਕਿ ਨਿਊਯਾਰਕ ਦੇ ਬਫਲੋ ਵਿੱਚ ਭਿਆਨਕ ਗੋਲੀਬਾਰੀ ਹੋਈ, ਜਿਸ ਦੌਰਾਨ 10 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਦੱਸੇ ਗਏ। ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਭਾਵੁਕ ਸਪੀਚ ਦਿੱਤੀ ਗਈ। ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। To carry out a murderous, racist rampage that he would live stream to the world. What happened here is simple and straightforward. Terrorism, domestic terrorism, violence inflicted in the service of hate and the vicious thirst for power that defines one group of people being inherently inferior to any other group. A hate that through the media and politics, the internet, has radicalized, angry, alienated, lost, and isolated individuals into falsely believing that they will be replaced, that's the word, replaced by the other, by people who don't look like them, and who are therefore in a perverse ideology that they possess and being fed lesser beings. I and all of you reject the lie. I call on all Americans to reject the lie. And I condemn those who spread the lie for power, political gain, and for profit. That's what it is. We've now seen too many times the deadly and destructive violence this ideology unleashes. We heard the chants, "You will not replace us," in Charlottesville, Virginia. I wasn't going to run, as the senator knows, again for president. But when I saw those people coming out of the woods of the fields in Virginia, in Charlottesville, carrying torches, shouting, "You will not replace us," accompanied by white supremacists and carrying Nazi banners. ਬੀਚ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਟੋਇਆ ਪੁੱਟਿਆ ਜਾ ਰਿਹਾ ਸੀ, ਪਰ ਰੇਤਾ ਫਿਸਲ ਗਈ, ਜਿਸ ਤੋਂ ਬਾਅਦ ਇੱਕ ਦੀ ਮੌਤ ਹੋ ਗਈ ਅਤੇ ਭੈਣ ਨੂੰ ਰੈਸਕਿਊ ਕਰ ਲਿਆ ਗਿਆ। ਅਥਾਰਟੀਜ਼ ਵੱਲੋਂ ਹੁਣ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਨਿਊ ਜਰਸੀ ਦੇ ਬੀਚ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰੇਤਾ ਖਿਸਕਣ ਕਾਰਨ 18 ਸਾਲਾ ਲੜਕੇ ਦੀ ਮੌਤ ਹੋ ਗਈ ਤੇ ਉਸ ਦੀ ਭੈਣ ਨੂੰ ਬਚਾਇਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ 18 ਸਾਲਾ ਲੜਕਾ ਅਤੇ ਉਸ ਦੀ ਭੈਣ ਇੱਥੇ ਇੱਕ ਟੋਆ ਪੁੱਟ ਰਹੇ ਸਨ। ਅਚਾਨਕ ਰੇਤਾ ਫਿਸਲੀ, ਜਿਸ ਕਾਰਨ ਇੱਕ ਦੀ ਮੌਤ ਹੋ ਗਈ। ਪੁਲਿਸ ਦੇ ਦੱਸਣ ਮੁਤਾਬਕ ਇਹ ਮਾਮਲਾ ਦੁਪਹਿਰ 4 ਵਜੇ ਦੇ ਕਰੀਬ ਸਾਹਮਣੇ ਆਇਆ। ਜਿਸ ਭੈਣ ਨੂੰ ਰੈਸਕਿਊ ਕੀਤਾ ਗਿਆ ਉਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਗਈ। ਦੱਸਿਆ ਗਿਆ ਹੈ ਕਿ ਇਹਨਾਂ ਦੋਹਾਂ ਜਾਣਿਆਂ ਵੱਲੋਂ ਇੱਕ ਵੱਡਾ ਟੋਆ ਲਗਾਤਾਰ ਪੁੱਟਿਆ ਜਾ ਰਿਹਾ ਸੀ, ਜਿਸ ਦੌਰਾਨ ਹਾਦਸਾ ਵਾਪਰਿਆ। ਇਹ ਦੋਨੋਂ ਭਰਾ ਭੈਣ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਦਿਨ ਬਿਤਾਉਣ ਵਾਸਤੇ ਬੀਚ ਤੇ ਆਏ ਸਨ। ਇਸ ਦੀ ਇੱਕ ਏਰੀਅਲ ਵੀਡੀਓ ਵੀ ਅਥਾਰਟੀਜ਼ ਵੱਲੋਂ ਜਾਰੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਕਿਵੇਂ ਉਹਨਾਂ ਨੇ ਭੈਣ ਨੂੰ ਰੈਸਕਿਊ ਕੀਤਾ। ਰੈਸਕਿਊ ਆਪਰੇਸ਼ਨ ਵਿੱਚ ਅਥਾਰਟੀਜ਼ ਵੱਲੋਂ ਬੋਰਡਸ ਅਤੇ ਬਕਟਸ ਦੀ ਵਰਤੋਂ ਕੀਤੀ ਗਈ। ਇਸ ਮਾਮਲੇ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਬੀਚ ਵਾਲੀਆਂ ਥਾਵਾਂ ਦੇ ਉੱਪਰ ਟੋਇਆ ਪੁੱਟਿਆ ਜਾਵੇ ਤਾਂ ਇਹ ਕਾਫੀ ਰਿਸਕੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ 2014 ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਓਰੇਗਨ ਬੀਚ ਦੇ ਇੱਕ 9 ਸਾਲਾ ਲੜਕੀ ਦੀ ਮੌਤ ਹੋ ਗਈ ਤੇ ਕੈਲੀਫੋਰਨੀਆ ਦੇ ਬੀਚ ਤੇ ਇੱਕ ਵਿਅਕਤੀ ਦੀ ਵੀ ਇਸ ਕਾਰਨ ਹੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਾਵਧਾਨ ਰਹਿਣ ਵਾਸਤੇ ਕਿਹਾ ਹੈ। ਬਾਕੀ ਦੀ ਜਾਣਕਾਰੀ ਪੁਲਿਸ ਵੱਲੋਂ ਅਗਲੀ ਅਪਡੇਟ ਵਿੱਚ ਸਾਂਝੀ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ।
ਅਮਰੀਕਾ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਨੇ, ਜਿਸ ਤੋਂ ਬਾਅਦ ਆਫੀਸ਼ੀਅਲਸ ਕਹਿੰਦੇ ਨੇ ਕਿ ਉਹਨਾਂ ਨੂੰ ਹੋਰ ਵੀ ਫੰਡਿੰਗ ਦੀ ਜ਼ਰੂਰਤ ਹੈ। ਜੇਕਰ ਫੰਡਿੰਗ ਨਹੀਂ ਹੋਵੇਗੀ ਤਾਂ ਜ਼ਰੂਰਤ ਦੀਆਂ ਚੀਜ਼ਾਂ ਉਹ ਨਹੀਂ ਖਰੀਦ ਸਕਣਗੇ। ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਵੱਧ ਹੋਣ ਲੱਗਾ ਤੇ ਆਫੀਸ਼ੀਅਲਸ ਨੇ ਹੋਰ ਵੀ ਫੰਡਿੰਗ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਵੱਲੋਂ ਕਾਂਗਰਸ ਤੋਂ ਹੋਰ ਮਿਲਣ ਵਾਲੀ ਫੰਡਿੰਗ ਸੰਬੰਧੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕਿ ਵੈਕਸੀਨ ਜਾਂ ਫਿਰ ਇਲਾਜ ਦੀਆਂ ਚੀਜ਼ਾਂ ਨਹੀਂ ਖਰੀਦ ਸਕੇਗਾ ਜੇਕਰ ਉਨ੍ਹਾਂ ਕੋਲ ਫੰਡਿੰਗ ਦੀ ਕਮੀ ਹੋਵੇਗੀ। ਦੱਸੀਏ ਕਿ ਅਮਰੀਕਾ ਵਿੱਚ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ। ਕਈ ਥਾਵਾਂ ਤੇ ਤਾਂ ਮੁੜ ਤੋਂ ਮਾਸਕ ਪਾਉਣ ਸੰਬੰਧੀ ਵੀ ਕਹਿ ਦਿੱਤਾ ਗਿਆ। ਇਸ ਬਾਰੇ CDC ਵੱਲੋਂ ਪਿਛਲੇ ਦਿਨੀ ਇੱਕ ਡਾਟਾ ਵੀ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਪਤਾ ਚੱਲਿਆ ਕਿ ਓਮਿਕਰੌਨ ਦੇ ਨਵੇਂ ਸਬ ਵੇਰੀਐਂਟ ਹੀ ਵੱਧ ਰਹੇ ਮਾਮਲਿਆਂ ਪਿੱਛੇ ਵੱਡਾ ਕਾਰਨ ਹਨ, ਜਿਸ ਕਾਰਨ ਹਸਪਤਾਲ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ। ਪਿਛਲੇ ਦਿਨੀ ਇਸ ਬਾਰੇ ਡਾਕਟਰ ਫਾਊਚੀ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ। ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। But we've really got to be very careful. And, one of the things that we keep emphasizing, as you know, we've now reached a terrible landmark in this outbreak of 1 million deaths, which is so tragic. And many of those could have been avoided if we had had people who have gotten vaccinated who did not get vaccinated. So one of the things we've got to remember as we see the cases increase now in different regions of the country, and we believe it will continue that way. Hopefully it will reach a peak and turn around. But the best way to blunt that, Andrea, is to continue to get people vaccinated who are not vaccinated. And because of the waning immunity, namely over time, the protection diminishes over time, to make sure that people who have been vaccinated with the initial vaccine regimen get their booster shot when it becomes due for them. That's really very important, because the difference in severity of disease and the need for hospitalization between unvaccinated people and people who are vaccinated, and particularly those who are vaccinated and boosted, is a major, major difference. So we can avoid morbidity, we can avoid severe disease, and we certainly can avoid many more deaths by getting people vaccinated. ਨੈਟਫਲਿਕਸ ਨੂੰ ਵੱਡਾ ਘਾਟਾ ਪਿਆ ਤੇ ਕਈ ਕਰਮਚਾਰੀਆਂ ਦੀ ਨੌਕਰੀ ਚਲੀ ਗਈ। ਜ਼ਿਆਦਾਤਰ ਕਰਮਚਾਰੀ ਅਮਰੀਕਾ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ, ਜਿਹੜੇ ਇਸ ਫੈਸਲੇ ਨਾਲ ਪ੍ਰਭਾਵਿਤ ਹੋਏ। ਘਾਟਾ ਸਹਿਣ ਤੋਂ ਬਾਅਦ ਨੈਟਫਲਿਕਸ ਵੱਲੋਂ ਕਈ ਕਰਮਚਾਰੀ ਨੌਕਰੀ ਤੋਂ ਕੱਢ ਦਿੱਤੇ ਗਏ ਨੇ। ਜਾਣਕਾਰੀ ਮੁਤਾਬਕ 150 ਦੇ ਕਰੀਬ ਲੋਕਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ। ਇਹਨਾਂ ਵਿੱਚ ਜ਼ਿਆਦਾਤਰ ਯੂਨਾਈਟਿਡ ਸਟੇਟਸ ਨਾਲ ਸੰਬੰਧਿਤ ਹਨ। ਦਰਅਸਲ ਨੈਟਫਲਿਕਸ ਨੂੰ ਜਿਹੜਾ ਘਾਟਾ ਸਹਿਣਾ ਪਿਆ, ਉਸ ਤੋਂ ਬਾਅਦ ਹੀ ਉਹਨਾਂ ਨੇ ਇੱਕ ਕਦਮ ਚੁੱਕਿਆ। ਨੈਟਫਲਿਕਸ ਦੇ ਸਪੋਕਸਪਰਸਨ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕੈਨੇਡਾ ਨਾਲ ਸੰਬੰਧਿਤ ਕੋਈ ਵੀ ਕਰਮਚਾਰੀ ਇਸ ਫੈਸਲੇ ਬਾਅਦ ਪ੍ਰਭਾਵਿਤ ਨਹੀਂ ਹੋਇਆ। ਇਹ ਜੌਬ ਕੱਟਸ ਉਸ ਵੇਲੇ ਸਾਹਮਣੇ ਆਏ ਨੇ ਜਦੋਂ ਨੈਟਫਲਿਕਸ ਨੂੰ ਵੱਡਾ ਘਾਟਾ ਸਹਿਣਾ ਪਿਆ। ਪਿਛਲੇ ਦਿਨੀ ਨੈਟਫਲਿਕਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਦੇ ਕਾਫੀ ਸਬਸਕ੍ਰਾਈਬਰਸ ਘੱਟ ਹੋ ਗਏ ਹਨ। ਸਬਸਕ੍ਰਾਈਬਰ ਸੰਬੰਧੀ ਵੱਡਾ ਘਾਟਾ ਸਹਿਣ ਤੋਂ ਬਾਅਦ ਨੈਟਫਲਿਕਸ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬਰਸ ਨੂੰ ਆਕਰਸ਼ਿਤ ਕੀਤਾ ਜਾ ਸਕੇ। ਨੈਟਫਲਿਕਸ ਵੱਲੋਂ ਕੁਝ ਆਫਰਸ ਵੀ ਲਿਆਂਦੇ ਜਾ ਰਹੇ ਨੇ ਤਾਂ ਕਿ ਜਿਹੜਾ ਉਹਨਾਂ ਨੂੰ ਘਾਟਾ ਪਿਆ ਉਹ ਪੂਰਾ ਹੋ ਸਕੇ। ਤਾਜ਼ਾ ਜਾਣਕਾਰੀ ਵਿੱਚ ਇਹੀ ਦੱਸਿਆ ਗਿਆ ਕਿ ਕਈ ਕਰਮਚਾਰੀਆਂ ਦੀ ਨੌਕਰੀ ਚਲੀ ਗਈ, ਜਿਨ੍ਹਾਂ ਦੀ ਗਿਣਤੀ 150 ਦੇ ਕਰੀਬ ਦੱਸੀ ਗਈ। ਇਨ੍ਹਾਂ ਚੋਂ ਜ਼ਿਆਦਾਤਰ ਅਮਰੀਕਾ ਨਾਲ ਸੰਬੰਧਿਤ ਦੱਸੇ ਗਏ ਨੇ। ਰੂਸ ਵੱਲੋਂ ਯੂਕਰੇਨ ਖਿਲਾਫ ਇੱਕ ਵੱਡਾ ਦਾਅਵਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ 700 ਦੇ ਕਰੀਬ ਰਸ਼ੀਆ ਦੇ ਨਾਲ ਸੰਬੰਧਿਤ ਜਿਹੜੇ ਫਾਈਟਰ ਸਨ, ਉਹਨਾਂ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਕਿਹਨਾਂ ਨੇ 24 ਘੰਟਿਆਂ ਦੌਰਾਨ ਸਰੈਂਡਰ ਕੀਤਾ, ਇਹ ਵੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ। ਰਸ਼ੀਆ ਦਾ ਕਹਿਣਾ ਹੈ ਕਿ 700 ਤੋਂ ਵੱਧ ਯੂਕਰੇਨ ਫਾਈਟਰਸ ਵੱਲੋਂ ਸਰੈਂਡਰ ਕੀਤਾ ਗਿਆ। ਜੀ ਹਾਂ, ਰੂਸ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਮੈਰੀਆਪੋਲ ਵਿੱਚ 700 ਤੋਂ ਵੱਧ ਯੂਕਰੇਨ ਦੇ ਫਾਈਟਰਸ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਰਸ਼ੀਆ ਦੀ ਮਿਨਿਸਟਰੀ ਆਫ ਡਿਫੈਂਸ ਮੁਤਾਬਕ 694 ਫਾਈਟਰਸ ਵੱਲੋਂ ਰਾਤੋਂ ਰਾਤ ਸਰੈਂਡਰ ਕੀਤਾ ਗਿਆ, ਜਿਸ ਨਾਲ ਸਰੈਂਡਰ ਕਰਨ ਵਾਲਿਆਂ ਦੀ ਗਿਣਤੀ 959 ਦੱਸੀ ਗਈ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਵਾਲੇ ਦਿਨ 250 ਫਾਈਟਰਸ ਵੱਲੋਂ ਸਰੈਂਡਰ ਕੀਤਾ ਗਿਆ। ਜ਼ਿਕਰਯੋਗ ਹੈ ਕਿ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਯੂਕਰੇਨ ਅਤੇ ਰਸ਼ੀਆ ਵਿਚਕਾਰ ਜੰਗ ਲੱਗੀ ਹੋਈ ਹੈ। ਰੂਸ ਵੱਲੋਂ ਫਰਵਰੀ ਮਹੀਨੇ ਯੂਕਰੇਨ ਤੇ ਹਮਲਾ ਕੀਤਾ ਗਿਆ ਸੀ। ਵੱਖ-ਵੱਖ ਦੇਸ਼ ਰੂਸ ਦੇ ਖਿਲਾਫ ਖੜੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਵੱਲੋਂ ਕਾਫੀ ਪਾਬੰਦੀਆਂ ਲਗਾਈਆਂ ਗਈਆਂ। ਪਿਛਲੇ ਦਿਨੀ ਕੈਨੇਡਾ ਵੱਲੋਂ ਸਖਤੀ ਦਾ ਐਲਾਨ ਕੀਤਾ ਗਿਆ। ਕੈਨੇਡਾ, ਅਮਰੀਕਾ ਲਗਾਤਾਰ ਇਹਨਾਂ ਵੱਲੋਂ ਕਈਆਂ ਉੱਪਰ ਰੋਕ ਲਗਾਈ ਜਾ ਰਹੀ ਹੈ। ਰੂਸ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਰਸ਼ੀਆ ਉੱਪਰ ਦਬਾਅ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਦੋਨਾਂ ਦੇਸ਼ਾਂ ਵੱਲੋਂ ਯੂਕਰੇਨ ਨਾਲ ਆਪਣੀ ਸਪੋਰਟ ਵੀ ਦਿਖਾਈ ਗਈ, ਜਿੱਥੇ ਯੂਕਰੇਨ ਦੇ ਹੱਕ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ।
ਸੋ ਇਹ ਸਨ ਕੁਝ ਖਬਰਾਂ ਜਿਹੜੀਆਂ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ।